Good morning, students. How are you, beta? I hope you all are fit and fine at your home. So now today we are going to read your reader book, chapter number 8. ਆਪਣੇ ਹੱਥੀ ਆਪਣਾ ਆਪ ਹੀ ਕਾਜ ਸਵਾਰੀਏ। ਇਸ ਚੈਪਟਰ ਦੇ ਵਿੱਚ ਬੇਟਾ ਸਾਨੂੰ ਜਿਹੜਾ ਚੈਪਟਰ ਦਾ ਰਾਈਟਰ ਆ ਡਾਕਟਰ ਗੁਰਦਿਆਲ ਸਿੰਘ ਫੁੱਲ, ਉਸਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਹਮੇਸ਼ਾ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਨੇ, ਅਤੇ ਜਿਹੜੇ ਬੰਦੇ ਦੂਜਿਆਂ ਦੇ ਭਰੋਸੇ ਰਹਿੰਦੇ ਨੇ ਅਤੇ ਆਪਣਾ ਕੰਮ ਦੂਜਿਆਂ ਦੇ ਜਿੰਮੇ ਰੱਖਦੇ ਨੇ, ਉਹਨਾਂ ਦੇ ਜਿਹੜੇ ਕੰਮ ਨੇ ਕਦੇ ਵੀ ਸਿਰੇ ਨਹੀਂ ਚੜ੍ਹਦੇ। ਇਸ ਕਰਕੇ ਸਾਨੂੰ ਵਿਦਿਆਰਥੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਵਿਦਿਆਰਥੀਆਂ ਨੂੰ ਜਿਹੜੇ ਆਪਣੇ ਕੰਮ ਨੇ ਆਪ ਕਰਨੇ ਚਾਹੀਦੇ ਨੇ ਅਤੇ ਸਿੱਖਿਆ ਚੰਗੀ ਤਰ੍ਹਾਂ ਪ੍ਰਦਾਨ ਕਰਨੀ ਚਾਹੀਦੀ ਆ। ਇਸ ਚੈਪਟਰ ਦੇ ਵਿੱਚ ਬੇਟਾ ਇੱਕ ਕਣਕ ਦਾ ਖੇਤ ਹੁੰਦਾ ਅਤੇ ਉਸ ਵਿੱਚ ਚਿੜੀ ਆਪਣੇ 3 ਬੱਚਿਆਂ ਦੇ ਨਾਲ ਰਹਿੰਦੀ ਆ। ਅਤੇ ਜਿਹੜੀ ਚਿੜੀ ਹੁੰਦੀ ਹੈ ਬੇਟਾ, ਉਹ ਅੰਮ੍ਰਿਤ ਵੇਲਾ ਕਿਹਨੂੰ ਕਿਹਾ ਗਿਆ? ਜਿਹੜਾ ਸਵੇਰ ਦਾ ਸਮਾਂ ਹੁੰਦਾ, ਭੋਜਨ ਦੀ ਭਾਲ ਵਿੱਚ, ਭਾਲ ਹੁੰਦਾ ਬੇਟਾ ਤਲਾਸ਼ ਵਿੱਚ, ਕਿਸੇ ਚੀਜ਼ ਦੀ ਖੋਜ ਵਿੱਚ ਉਹ ਨਿਕਲ ਜਾਂਦੀ ਆ। ਅਤੇ ਉਸ ਤੋਂ ਪਿੱਛੋਂ ਬੇਟਾ ਜਿਹੜੇ 3 ਉਸਦੇ ਬੱਚੇ ਨੇ ਉਹ ਖੇਤ ਵਿੱਚ ਖੇਡਦੇ ਰਹਿੰਦੇ ਨੇ। ਕਣਕ ਕਾਫੀ ਉੱਚੀ ਹੁੰਦੀ ਆ, ਇਸ ਲਈ ਹੋਰ ਪਸ਼ੂ ਪੰਛੀ ਉਹਨਾਂ ਬੱਚਿਆਂ ਨੂੰ ਦੇਖ ਨਹੀਂ ਸਕਦੇ। ਕੁਝ ਦਿਨ ਬੇਟਾ ਇੱਦਾਂ ਹੀ ਲੰਘਦੇ ਜਾਂਦੇ ਨੇ, ਕਣਕ ਦੇ ਬੂਟੇ ਵੱਡੇ ਹੁੰਦੇ ਜਾਂਦੇ ਨੇ, ਅਤੇ ਇੱਕ ਦਿਨ ਖੇਤ ਦਾ ਮਾਲਕ ਜਿਹੜਾ ਕਿਸਾਨ ਆਪਣੇ ਪੁੱਤਰ ਦੇ ਨਾਲ ਖੇਤ ਵਿੱਚ ਆਉਂਦਾ। ਕਿਸਾਨ ਨੇ ਕਣਕ ਦੇ ਇੱਕ ਬੂਟੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਕਿ ਦੇਖੋ ਬੇਟਾ, ਜਿਹੜਾ ਕਣਕ ਦਾ ਬੂਟਾ ਵਾ ਹੁਣ ਹਰੇਪਨ 'ਤੇ ਪੀਲੇਪਨ 'ਤੇ ਆਉਣ ਲੱਗ ਪਿਆ। ਪਹਿਲਾਂ ਜਦੋਂ ਕਣਕ ਬੇਟਾ ਆਪਾਂ ਉਗਾਉਂਦੇ ਹਾਂ ਤਾਂ ਉਹ ਹਰੀ ਹੁੰਦੀ ਹੈ, ਅਤੇ ਜਿਉਂ-ਜਿਉਂ ਪੱਕਣੀ ਸ਼ੁਰੂ ਹੋ ਜਾਂਦੀ ਹੈ, ਉਹ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਆ, ਤਾਂ ਉਹ ਪੀਲੇਪਨ 'ਤੇ ਆਉਣ ਲੱਗ ਜਾਂਦੀ ਆ। ਅਤੇ ਇਸ ਦਾ ਕਹਿੰਦਾ ਅਰਥ ਹੁੰਦਾ, ਇਸ ਦਾ ਮੀਨਿੰਗ ਇਹ ਹੋਇਆ ਜਿਹੜੀ ਹੁਣ ਕਣਕ ਆਪਣੀ ਤਿਆਰ ਹੋ ਗਈ ਆ ਅਤੇ ਸਾਨੂੰ ਇਸ ਨੂੰ ਕੀ ਕਰਨ ਲੈਣਾ ਚਾਹੀਦਾ? ਵੱਢ ਲੈਣਾ ਚਾਹੀਦਾ ਹੈ। ਵੱਢਣਾ ਬੇਟਾ ਕਿਹਨੂੰ ਕਿਹਾ ਗਿਆ? ਇਸ ਦੀ ਕਟਾਈ ਕਰਨੀ। ਵੱਢਣਾ ਕਿਹਨੂੰ ਕਿਹਾ ਗਿਆ? ਇਸ ਦੀ ਕਟਾਈ ਕਰ ਲੈਣੀ ਚਾਹੀਦੀ ਹੈ ਸਾਨੂੰ, ਕਹਿੰਦਾ। ਅਤੇ ਇਸ ਤਰ੍ਹਾਂ ਬੇਟਾ ਉਹ ਪਿਓ ਪੁੱਤ ਦੋਨੋਂ ਇਹ ਗੱਲ ਕਹਿ ਕੇ ਚਲੇ ਆਉਂਦੇ ਨੇ। ਅਤੇ ਉਹ ਕਹਿੰਦਾ ਕਿ ਇਸ ਦੇ ਲਈ ਬਾਪੂ ਜੀ ਅਸੀਂ ਕਿਵੇਂ ਵੱਢਾਂਗੇ? ਪੁੱਤਰ ਪੁੱਛਦਾ। ਤਾਂ ਉਹ ਜਿਹੜਾ ਉਸਦਾ ਪਿਓ ਹੁੰਦਾ ਤਾਂ ਉਹ ਜਵਾਬ ਦਿੰਦਾ ਕਿ ਤੂੰ ਚਿੰਤਾ ਕਿਉਂ ਕਰਦਾ? ਚਿੰਤਾ ਹੁੰਦਾ ਕਿਸੇ ਗੱਲ ਦਾ ਫਿਕਰ ਫਾਕਾ ਕਰਨਾ। ਕੱਲ੍ਹ ਨੂੰ ਕਹਿੰਦਾ ਮੈਂ ਆਪਣੇ ਗੁਆਂਢੀਆਂ ਨੂੰ ਕਣਕ ਵੱਢਣ ਲਈ ਭੇਜਾਂਗਾ, ਬਸ ਕਹਿੰਦਾ ਕਣਕ ਵੱਢੀ ਜਾਊਗੀ। ਤਾਂ ਉਹਦਾ ਬਾਪੂ ਆਪਣੇ ਪੁੱਤਰ ਨੂੰ ਉੱਤਰ ਦਿੰਦਾ। ਸ਼ਾਮ ਨੂੰ ਬੇਟਾ ਚਿੜੀ ਜਦੋਂ ਵਾਪਸ ਘਰ ਆਉਂਦੀ ਆ ਤਾਂ ਉਹਦੇ ਜਿਹੜੇ 3 ਬੱਚੇ ਹੁੰਦੇ ਨੇ ਬਹੁਤ ਜ਼ਿਆਦਾ ਘਬਰਾਏ ਹੁੰਦੇ ਨੇ। ਭੈਭੀਤ ਹੁੰਦਾ ਬਹੁਤ ਜ਼ਿਆਦਾ ਡਰੇ ਹੋਏ, ਜਿਹਨੂੰ ਇੰਗਲਿਸ਼ 'ਚ ਮੀਨਿੰਗ ਆਉਂਦਾ ਬੇਟਾ ਅਫਰੇਡ। ਠੀਕ ਹੈ ਬੇਟਾ। ਅਤੇ ਭੈਭੀਤ ਕਹਿੰਦਾ ਕਰਦੇ ਆਪਣੀ ਮਾਂ ਨੂੰ, ਉਹਦੀ ਮਾਂ ਜਿਹੜੀ ਉਹਨਾਂ ਨੂੰ ਡਰੇ ਹੋਏ ਦੇਖ ਕੇ ਬੜੀ ਮੁਸ਼ਕਿਲ ਨਾਲ ਚੁੱਪ ਕਰਾਉਂਦੀ ਹੈ ਅਤੇ ਕਾਰਨ ਪੁੱਛਦੀ ਹੈ ਵੀ ਕੀ ਗੱਲ ਆ। ਤਾਂ ਜਿਹੜੇ ਬੱਚੇ ਨੇ ਬੇਟਾ ਫਿਰ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਅੱਜ ਕਿਸਾਨ ਅਤੇ ਉਸਦਾ ਪੁੱਤਰ ਖੇਤਾਂ ਵਿੱਚ ਆਏ ਸੀ ਅਤੇ ਉਹਨਾਂ ਵਿਚਕਾਰ ਜਿਹੜੀ ਸਾਰੀ ਗੱਲਬਾਤ ਆ ਆਪਣੀ ਮਾਂ ਨੂੰ ਦੱਸਦੇ ਨੇ। ਚਿੜੀ ਦੇ ਚਿਹਰੇ 'ਤੇ ਕੀ ਹੁੰਦਾ ਬੇਟਾ? ਸੰਤੋਖ ਝਲਕ ਰਿਹਾ ਹੁੰਦਾ। ਸੰਤੋਖ ਝਲਕਣਾ ਕੀ ਹੁੰਦਾ ਬੇਟਾ? ਵੀ ਉਹਨੂੰ ਬੇਫਿਕਰੀ ਹੁੰਦੀ ਹੈ, ਸੰਤੁਸ਼ਟੀ ਹੁੰਦੀ ਆ। ਕਿਉਂ? ਕਿਉਂਕਿ ਬੱਚਿਆਂ ਦੀ ਗੱਲ ਸੁਣ ਕੇ ਉਹਨਾਂ ਨੂੰ ਫਿਰ ਦੱਸਦੀ ਆ ਵੀ ਇੱਦਾਂ ਕਿਉਂ ਆ। ਬੱਚਿਆਂ ਨੂੰ ਚੁੱਪ ਕਰਾਉਂਦੇ ਹੋਏ ਉਹਨਾਂ ਨੂੰ ਕਹਿੰਦੀ ਆ ਕਿ ਬੱਚਿਓ, ਭੈਭੀਤ ਹੋਣ ਦੀ ਕੋਈ ਗੱਲ ਨਹੀਂ, ਅਸੀਂ ਇੱਥੇ ਹੀ ਰਵਾਂਗੇ, ਹਜੇ ਕਣਕ ਨਹੀਂ ਵੱਢੀ ਜਾਵੇਗੀ। ਬੱਚੇ ਇਸ ਗੱਲ ਦਾ ਕਾਰਨ ਪੁੱਛਦੇ ਨੇ ਅਤੇ ਚਿੜੀ ਨੇ ਦੱਸਿਆ ਬੇਟਾ ਕਿ ਗੁਆਂਢੀਆਂ ਕੋਲ ਇੰਨੀ ਵੇਲ ਕਿੱਥੇ? ਵੇਲ ਹੁੰਦਾ ਬੇਟਾ ਕਿਸੇ ਕੋਲ ਫੁਰਸਤ ਹੋਣੀ, ਖਾਲੀ ਸਮਾਂ ਹੋਣਾ। ਵੀ ਇੰਨੀ ਵੇਲ ਕਿੱਥੇ ਵੀ ਆਪਣਾ ਕੰਮ ਛੱਡ ਕੇ ਉਹ ਕਿਸਾਨ ਦਾ ਖੇਤਾਂ ਵਿੱਚ ਆ ਕੇ ਕਣਕ ਵੱਢਣ ਲੱਗ ਜਾਣ, ਕਹਿੰਦਾ। ਇਸ ਤਰ੍ਹਾਂ ਬੇਟਾ 3-4 ਦਿਨ ਲੰਘ ਜਾਂਦੇ ਅਤੇ ਕੋਈ ਕਣਕ ਵੱਢਣ ਨਹੀਂ ਆਉਂਦਾ। ਫਿਰ ਇੱਕ ਦਿਨ ਬੇਟਾ ਕਿਸਾਨ ਆਪਣੇ ਪੁੱਤਰ ਨਾਲ ਮੁੜ ਖੇਤ ਦੇਖਣ ਆਉਂਦਾ ਅਤੇ ਆਪਣੇ ਪੁੱਤਰ ਨੂੰ ਕਹਿੰਦਾ ਕਿ ਬੇਟਾ, ਗੁਆਂਢੀ ਦਾ ਕਣਕ ਵੱਢਣ ਨਹੀਂ ਆਏ, ਕੱਲ੍ਹ ਮੈਂ ਆਪਣੇ ਭਰਾਵਾਂ ਨੂੰ ਕਣਕ ਵੱਢਣ ਲਈ ਆਖਾਂਗਾ। ਕਿਸਾਨ ਇਹ ਆਖ ਕੇ ਤੁਰ ਪਿਆ ਅਤੇ ਚਿੜੀ ਦੇ ਬੱਚਿਆਂ ਵਿੱਚ ਬੇਟਾ ਫਿਰ ਹਲਚਲ ਮਚਣੀ ਸ਼ੁਰੂ ਹੋ ਜਾਂਦੀ ਹੈ। ਹਲਚਲ ਹੁੰਦੀ ਹੈ ਇੱਕਦਮ, ਹਗਾਮਾ, ਹਫੜੀ ਦਫੜਾ ਕਿਸੇ ਗੱਲ ਦੀ ਪੈ ਜਾਣੀ। ਅਤੇ ਸ਼ਾਮ ਨੂੰ ਜਦੋਂ ਫਿਰ ਉਹਨਾਂ ਦੀ ਮਾਂ ਆਉਂਦੀ ਹੈ ਅਤੇ ਫਿਰ ਸਾਰੀ ਮਾਂ ਨੂੰ ਆਪਣੀ ਗਾਥਾ ਸੁਣਾਉਂਦੇ ਨੇ, ਵਿਥਿਆ ਸੁਣਾਉਂਦੇ ਨੇ। ਵਿਥਿਆ ਹੁੰਦੀ ਹੈ ਕਹਾਣੀ ਸੁਣਾਉਣਾ ਸਾਰੀ ਆਪਣੀ। ਉਹ ਸੁਣਾਉਂਦੇ ਨੇ ਕਿ ਅੱਜ ਫਿਰ ਇਸ ਤਰ੍ਹਾਂ ਹੋਇਆ। ਮਾਂ ਉਹਨਾਂ ਨੂੰ ਫਿਰ ਬੜਾ ਨਿਸ਼ਚਿੰਤੀ ਨਾਲ ਕਹਿੰਦੀ ਆ ਵੀ ਨਹੀਂ ਬੱਚਿਓ, ਹਜੇ ਵੀ ਕਣਕ ਨਹੀਂ ਵੱਢੀ ਜਾਵੇਗੀ। ਅਤੇ ਉਹ ਕਹਿੰਦੇ ਕਿਉਂ? ਕਹਿੰਦਾ ਕਿਸਾਨ ਦਾ ਭਰਾ ਕਿੰਨਾ ਵਿਹਲਾ ਵਾ ਕਿ ਆਪਣਾ ਕੰਮ ਛੱਡ ਕੇ ਕਣਕ ਉਹਦੇ ਆਪਣੇ ਭਰਾ ਦੀ ਕਣਕ ਵੱਢਣ ਆਵੇਗਾ। ਇਸ ਲਈ ਤੁਸੀਂ ਚੁੱਪ-ਚਾਪ ਕਹਿੰਦੀ ਹਜੇ ਇੱਥੇ ਹੀ ਸੋ ਜਾਓ, ਹਲੇ ਕਣਕ ਨਹੀਂ ਵੱਢੀ ਜਾਵੇਗੀ। 3-4 ਬੇਟਾ ਦਿਨ ਦੇ ਪਿੱਛੋਂ ਕਿਸਾਨ ਅਤੇ ਉਸਦਾ ਪੁੱਤਰ ਮੁੜ ਖੇਤ 'ਚ ਆਉਂਦੇ ਨੇ। ਕਿਸਾਨ ਹੁਣ ਆਪਣੇ ਪੁੱਤਰ ਨੂੰ ਕਹਿੰਦਾ ਵੀ ਬੇਟਾ, ਕਣਕ ਵੱਢਣ ਨਾ ਤਾਂ ਗੁਆਂਢੀ ਆਏ ਅਤੇ ਨਾ ਹੀ ਉਸਦੇ ਭਰਾ ਆਏ। ਕਣਕ ਬਹੁਤ ਪੱਕ ਗਈ ਹੈ। ਜੇਕਰ ਹੁਣ ਆਪਾਂ ਇਸ ਨੂੰ ਸਮੇਂ ਸਿਰ ਨਾ ਵੱਢਿਆ ਤਾਂ ਫਸਲ ਆ ਜਿਹੜੀ ਸਾਰੀ ਬੇਕਾਰ ਹੋ ਜਾਵੇਗੀ। ਫਸਲ ਕੀ ਹੈ? ਜਿਹੜੀ ਸਾਡੀ ਉਪਜ ਆ, ਜਿਹੜੀ ਸਾਡੀ ਪੈਦਾਵਾਰ ਆ, ਇਹ ਸਾਰੀ ਖਰਾਬ ਹੋ ਜਾਵੇਗੀ। ਆਪਾਂ ਕੱਲ੍ਹ ਨੂੰ ਕਹਿੰਦਾ ਕਣਕ ਵੱਢਾਂਗੇ। ਸ਼ਾਮ ਨੂੰ ਬੇਟਾ ਜਦੋਂ ਉਹਨਾਂ ਦੀ ਮਾਂ ਵਾਪਸ ਆਉਂਦੀ ਆ ਤਾਂ ਬੱਚਿਆਂ ਨੇ ਉਸਦੀ ਸਾਰੀ ਵਿਥਿਆ ਸੁਣਾ ਦਿੱਤੀ। ਚਿੜੀ ਨੇ ਕਿਹਾ, ਹਾਂ ਬੱਚਿਓ, ਹੁਣ ਕਣਕ ਵੱਢੀ ਜਾਵੇਗੀ। ਦੇਖੋ ਧਿਆਨ ਨਾਲ ਸੁਣਿਓ ਬੇਟਾ ਗੱਲ। ਹੁਣ ਕਿਉਂ ਉਹਦੀ ਮਾਂ ਨੇ ਕਿਹਾ ਬੱਚਿਆਂ ਨੂੰ ਵੀ ਹੁਣ ਕਣਕ ਵੱਢੀ ਜਾਵੇਗੀ?
क्यों पर तुहानू की चिंता, हुण तां कहंदा तुसीं वड्डे हो गए हो, तुसीं उड़ सकदे हो, असीं ये वाली जगह छड्ड के किसी उच्चे दरख्त उत्ते जाके अपना आलना बना लवांगे। ठीक है बेटा, इस करके कहंदा तुसीं इस गल दी चिंता ना करो कि हुण कणक वड्डी जावेगी। पर माँ फिर बच्चे अपनी माँ नूं कहंदा की क्वेश्चन पुट करदे ने, कहंदा पर माँ पहलां तां तूं कहंदी सी कि कणक नहीं वड्डी जावेगी, हुण क्यों आख रही है भी कणक वड्डी जावेगी। वड्डे बच्चे ने अपनी माँ नूं पुछिया। हाँ बेटा हुण कणक वड्डी जावेगी, हुण तक किसान दूजिਆਂ ਦੇ ਭਰੋਸੇ ਸੀ ਇਸ ਲਈ कणक नहीं वड्डी गई, पर ਉਹ ਆਪ ਕੱਲ कणक ਵੱਢਣ ਆਉਣਗੇ ਤਾਂ कणक ਵੱਢੀ ਜਾਵੇਗੀ। ਇਸ ਤਰ੍ਹਾਂ ਬੇਟਾ ਸਾਨੂੰ ਇਸ ਚੈप्टर ਦੇ ਥਰੂ ਕੀ ਮਿਲਦੀ ਆ ਵੀ ਜੋ ਵਿਅਕਤੀ ਆਪਣਾ ਕੰਮ ਆਪ ਨਾ ਕਰਕੇ ਦੂਜਿਆਂ ਦੇ ਭਰੋਸੇ ਰਹਿੰਦਾ ਉਹਨਾਂ ਦਾ ਕੰਮ ਕਦੇ ਵੀ ਸਿਰੇ ਨਹੀਂ ਚੜ੍ਹਦੇ, ਪਰ ਜਦੋਂ ਮਨੁੱਖ ਆਪ ਕੰਮ ਕਰਨ ਦਾ बीड़ा चुक लेंदा, बीड़ा चुकना हुंदा बेटा किसी गल की जिम्मेवारी लैना, टू टेक रिस्पोंसिबिलिटी, अपने काम की आप करना, तो कहंदा वो काम सहजे ही हो जाता है। सहजे हुंदा कोई काम ईजली हो जाना, आसानी नाल हो जाना। ये आख के चिड़ी अपने बच्चों नूं लैके एक उच्चे दरख्त उत्ते चली जाती है। सो बेटा इस कहानी के थ्रू जी डॉक्टर गुरदयाल सिंह फुल ने कहानी लिखी है, सानू ये दस्सण की कोशिश की है कि सानू कदे भी दूजिਆਂ ਦੇ भरोसे नहीं रहना चाहिए। सो विद्यार्थियों प्यारे बच्चों सानू भी अपने काम अपने आप करने की कोशिश करनी चाहिए है, ना कि दूजिਆਂ ते छड्ड देने चाहिए हैं, तो अपना काम हमेशा ही सही समय करना चाहिए है। थैंक यू बेटा, हैव ए नाइस डे।